अस्सलाम वालेकुम दोस्तों, की हाल है तुहाडा। दोस्तों, रात अपने दोस्तां 'च बैठा सां, गल हो रही सी कि पीटीआई चेयरमैन ਦੇ ਮੁਤਲਕ ਤੇ ਮੈਂ ਉਹਨਾਂ ਨੂੰ ਪੁੱਛਦਾ ਸੀ ਵੀ ਯਾਰ ਕਿ ਤੁਸੀਂ ਇਮਰਾਨ ਖਾਨ ਸਾਹਿਬ ਨੂੰ ਸਪੋਰਟ ਕਰਦੇ ਹੋ, ਤੁਹਾਨੂੰ ਇਮਰਾਨ ਖਾਨ ਸਾਹਿਬ ਦੀ ਕਿਹੜੀ ਚੀਜ਼ ਪਸੰਦ ਆਈ ਹੈ। ਉਹਨਾਂ ਨੇ ਬੜਾ ਖੂਬਸੂਰਤ ਮੈਨੂੰ ਜਵਾਬ ਦਿੱਤਾ। ਉਹਨਾਂ ਨੇ ਕਿਹਾ ਜੀ ਬਸ ਸਾਨੂੰ ਇਮਰਾਨ ਖਾਨ ਚੰਗਾ ਲੱਗਦਾ। ਗੱਲ ਮੇਰੇ ਵਾਸਤੇ ਵੀ ਬੜੀ ਅਜੀਬ ਹੈ ਕਿ ਸਿਰਫ ਇੱਕ ਗੱਲ ਕਰ ਦੇਣੀ ਕਿ ਬੜਾ ਚੰਗਾ ਲੱਗਦਾ। ਮੈਂ ਨਹੀਂ ਯਾਰ, ਤੁਸੀਂ ਇਹਦੀ ਐਕਸਪਲੇਨੇਸ਼ਨ ਮੈਨੂੰ ਕਰੋ। ਉਹਨੇ ਕਿਹਾ ਜੀ ਅਸੀਂ ਐਕਸਪਲੇਨੇਸ਼ਨ ਕੋਈ ਨਹੀਂ ਕਰ ਸਕਦੇ, ਬਸ ਤੁਹਾਨੂੰ ਅਸੀਂ ਇੰਨਾ ਕਹਿੰਦੇ ਹਾਂ ਕਿ ਸਾਨੂੰ ਇਮਰਾਨ ਖਾਨ ਚੰਗਾ ਲੱਗਦਾ। ਉਹਦੇ ਮੈਨੂੰ ਨਹੀਂ ਦੱਸਿਆ ਉਹਨਾਂ ਨੇ ਕਿ ਇਮਰਾਨ ਖਾਨ ਨੂੰ ਕਿਉਂ ਚੰਗਾ ਲੱਗਦਾ, ਲੇਕਿਨ ਮੈਂ ਜੋ ਐਨਾਲਿਸਿਸ ਕੀਤਾ ਨਾ ਕਿ ਇਤਨਾ ਪਾਕਿਸਤਾਨੀ ਅਵਾਮ ਇਸ ਇਨਸਾਨ ਨੂੰ ਕਿਉਂ ਚਾਹੁੰਦੀ ਹੈ, ਇਹਦੀ ਮਕਬੂਲੀਅਤ ਇਤਨੀ ਇਮਰਾਨ ਖਾਨ ਸਾਹਿਬ ਦੀ ਕਿਉਂ ਹੋ ਗਈ ਹੈ। ਇਹਨੂੰ ਅਗਰ ਦੂਸਰੇ ਜਿਹੜੇ ਪੋਲੀਟੀਸ਼ੀਅਨ ਨੇ, ਪਾਕਿਸਤਾਨ ਦੇ ਸਿਆਸਤਦਾਨ ਨੇ, ਉਹਨਾਂ ਦੇ ਨਾਲ ਜਦੋਂ ਕੰਪੇਅਰ ਕਰਨੇ ਆ ਨਾ, ਤੇ ਇਸ ਬੰਦੇ ਦਾ ਇੱਕ ਅਲੱਗਾ ਹੀ ਜਿਹੜਾ ਰਹਿਣ ਸਹਿਣ ਦਾ ਤਰੀਕਾ ਜਿਹੜਾ ਨਾ ਨਜ਼ਰ ਆਉਂਦਾ। ਜੋ ਮੈਂ ਇਸ ਇਨਸਾਨ ਦੇ ਵਿੱਚ ਮੈਂ ਨੋਟ ਕੀਤਾ ਨਾ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਵੇ ਕਿ ਪੀਟੀਆਈ ਚੇਅਰਮੈਨ ਇਮਰਾਨ ਖਾਨ ਸਾਹਿਬ, ਇਹਨਾਂ ਦੇ ਵਿੱਚ ਤਕੱਬਰ ਕੋਈ ਨਹੀਂ। ਦੂਸਰੀ ਚੀਜ਼, ਇਸ ਇਨਸਾਨ ਦੇ ਵਿੱਚ ਲਾਲਚ ਕੋਈ ਨਹੀਂ। ਜਿਹੜੇ ਇਨਸਾਨ ਦੇ ਵਿੱਚ ਤਕੱਬਰ ਔਰ ਲਾਲਚ ਨਾ ਹੋਵੇ, ਉਹ ਅੱਲਾਹ ਤਾਲਾ ਦੀ ਮਖਲੂਕ ਜਿਹੜੀ ਹੁੰਦੀ ਹੈ ਉਹਨੂੰ ਉਹ ਚੰਗਾ ਹੀ ਲੱਗਦਾ। ਇੱਕ ਚੀਜ਼ ਤੇ ਕਲੀਅਰ ਕਰ ਦਿੱਤੀ ਹੈ ਮੈਂ ਉਹਨਾਂ ਨੂੰ ਕਿ ਅਸਲ ਚੀਜ਼ ਇਹ ਵੇ ਕਿ ਬੰਦੇ 'ਚ ਤਕੱਬਰ ਕੋਈ ਨਹੀਂ, ਦੂਸਰਾ ਇਸ ਬੰਦੇ 'ਚ ਲਾਲਚ ਕੋਈ ਨਹੀਂ। ਤੁਸੀਂ ਵੇਖ ਸਕਦੇ ਹੋ ਇਹ ਫੋਟੇਜ ਜਿਹੜੀਆਂ ਨਾ, ਇਹ ਵੇਖ ਲਵੋ, ਇਹਨਾਂ ਦੇ ਵਿੱਚੋਂ ਤੁਹਾਨੂੰ ਪਤਾ ਚੱਲ ਜਾਏਗਾ ਇਸ ਬੰਦੇ ਦਾ ਲੋਕਾਂ ਨੂੰ ਮਿਲਣ ਦਾ ਸਟਾਈਲ ਕੀ ਹੈ। ਜ਼ਮਾਨ ਪਾਰਕ ਦੇ ਵਿੱਚ ਇਹ ਬੰਦਾ ਬਹਿ ਕੇ ਜਿਹੜੀ ਸਾਡੀ ਤੀਸਰੀ ਜਨਰੇਸ਼ਨ ਹੈ ਨਾ, ਜਿਹੜੇ ਸਾਡੇ ਛੋਟੇ ਛੋਟੇ ਬੱਚੇ ਨੇ 5-5 4-4 6-6 ਸਾਲ ਦੇ, ਇਹ ਇਨਸਾਨ ਉਹਨਾਂ ਲੋਕਾਂ ਦੇ ਨਾਲ ਮੁਲਾਕਾਤ ਕਰ ਰਿਹਾ, ਉਹਨਾਂ ਬੱਚਿਆਂ ਨਾਲ ਮੁਲਾਕਾਤਾਂ ਕਰਦਾ ਪਿਆ। ਠੀਕ ਹੈ ਨਾ। ਤੇ ਇਹ ਸਮਝ ਲਓ ਕਿ ਜਿਹੜੀ ਸਾਡੀ ਇਹ ਤੀਸਰੀ ਜਨਰੇਸ਼ਨ ਜਿਹੜੀ ਹੈ ਨਾ, ਇਹ ਵੀ ਇਹਦੇ ਹੱਥਾਂ 'ਚ ਆ ਗਈ। ਇਹਨੂੰ ਸਪੋਰਟ ਕਰਨ ਵਾਸਤੇ ਇਹ ਵੀ ਬੱਚੇ ਤਿਆਰ ਨੇ। ਕੱਲ੍ਹ ਨੂੰ ਅਗਰ ਤੁਸੀਂ ਇਹਨਾਂ ਬੱਚਿਆਂ ਨੂੰ ਪੁੱਛੋਗੇ ਨਾ ਤੁਹਾਨੂੰ ਖਾਨ ਸਾਹਿਬ ਚੰਗੇ ਕਿਉਂ ਲੱਗਦੇ ਨੇ, ਇਹਨਾਂ ਨੇ ਕਹਿਣਾ ਜੀ ਬਸ ਸਾਨੂੰ ਚੰਗੇ ਲੱਗਦੇ ਨੇ। ਅਸਲ ਚੀਜ਼ ਇਹ ਵੇ ਕਿ ਜਿਹੜਾ ਚੰਗਾ ਹੁੰਦਾ ਉਹ ਚੰਗਾ ਹੀ ਲੱਗਦਾ। ਇਸ ਬੰਦੇ ਵਾਸਤੇ ਲੋਕ ਜ਼ਮਾਨ ਪਾਰਕ ਦੇ ਵਿੱਚ ਜਾ ਕੇ ਲੋਕਾਂ ਨੇ ਸ਼ੈਲਿੰਗ ਖਾਧੀ, ਲੋਕਾਂ ਨੇ ਇਸ ਇਨਸਾਨ ਦੇ ਵਾਸਤੇ ਗੋਲੀਆਂ ਝੱਲੀਆਂ, ਲੋਕਾਂ ਨੇ ਇਸ ਇਨਸਾਨ ਵਾਸਤੇ ਆਪਣੇ ਆਪ ਨੂੰ ਮਾਰ ਕੁਟਾਈ 'ਚ ਲਿਆਂਦਾ, ਸਾਰਾ ਕੁਝ ਲੋਕਾਂ ਨੇ ਕੀਤਾ, ਲੇਕਿਨ ਲੋਕ ਇਸ ਬੰਦੇ ਨੂੰ ਛੱਡਣ ਨੂੰ ਤਿਆਰ ਨਹੀਂ। ਉਹਦੀ ਰੀਜ਼ਨ ਇਹ ਵੇ ਕਿ ਇਸ ਬੰਦੇ ਦਾ ਰਹਿਣ ਦਾ ਤਰੀਕਾ, ਲੋਕਾਂ ਦੇ ਨਾਲ ਮਿਲਣ ਵਰਤਨ ਦਾ ਜਿਹੜਾ ਇਹਦਾ ਤਰੀਕਾ ਹੈ ਨਾ, ਉਹ ਦੂਸਰਿਆਂ ਸਾਰਿਆਂ ਤੋਂ ਅਲੱਗ ਹੈ। ਠੀਕ ਹੈ। ਔਰ ਇਹ ਜੈਸਾ ਇਨਸਾਨ ਹੋਵੇ ਇਹ ਉਹਨਾਂ ਨੂੰ ਵੈਸਾ ਹੋ ਕੇ ਮਿਲਦਾ। ਠੀਕ ਹੈ। ਇਹਦੀ ਕਾਮਯਾਬੀ ਦੀ ਵਜ੍ਹਾ ਇਹ ਵੇ ਕਿ ਇਹ ਰੂਟਸ ਲੈਵਲ ਤੋਂ ਚੱਲਦਾ ਹੈ। ਇਹਨੂੰ ਪਤਾ ਲੱਗ ਗਿਆ ਨਾ ਕਿ ਬੰਦਾ ਥਰਡ ਕਲਾਸ ਲੈਵਲ 'ਤੇ ਵੇ, ਇਹ ਬੰਦਾ ਥਰਡ ਕਲਾਸ ਲੈਵਲ 'ਤੇ ਬਹਿ ਕੇ ਉਸ ਬੰਦੇ ਨਾਲ ਗੱਲ ਕਰੇਗਾ। ਅਗਰ ਇਹਨੂੰ ਪਤਾ ਲੱਗ ਗਿਆ ਨਾ ਕਿ ਬੰਦਾ ਸੈਕੰਡ ਕਲਾਸ ਦਾ ਹੈ, ਇਹ ਬੰਦਾ ਉਹਨੂੰ ਸੈਕੰਡ ਕਲਾਸ 'ਚ ਉਹਦੇ ਨਾਲ ਗੱਲ ਕਰੇਗਾ। ਜੇ ਇਹਨੂੰ ਪਤਾ ਲੱਗ ਗਿਆ ਨਾ ਕਿ ਬੰਦਾ ਫਸਟ ਕਲਾਸ ਦਾ ਹੈ, ਤੇ ਇਹਨੇ ਉਸ ਬੰਦੇ ਨਾਲ ਫਸਟ ਕਲਾਸ ਦੀ ਗੱਲ ਕਰਨੀ। ਔਰ ਇਹ ਬੰਦਿਆਂ ਦੀ ਨਫਸੀਆਤ ਨੂੰ ਇਹ ਬੰਦਾ ਸਮਝਦਾ। ਅੱਲਾਹ ਤਾਲਾ ਇਸ ਬੰਦੇ ਦੀ ਜ਼ਿੰਦਗੀ ਰੱਖੇ, ਇਹ ਇਨਸਾਨਾਂ ਦੀ ਨਫਸੀਆਤ ਨੂੰ ਸਮਝ ਕੇ ਬੰਦਾ ਕੰਮ ਪਿਆ ਕਰਦਾ। 1965 ਦੀ ਜੰਗ ਲੱਗੀ ਸੀ, ਤੇ ਜੰਗ ਦੇ ਵਿੱਚ ਨਾ ਇੱਕ ਬੰਦਾ ਬੜਾ 3 ਪੀਸ ਪਾਇਆ ਤੇ ਬਿਜ਼ਨਸਮੈਨ ਸੀ ਚੰਗਾ ਨਾ, ਤੇ ਕਾਰੋਬਾਰੀ ਆਦਮੀ ਸੀ, ਤੇ ਉਹ ਵੀ ਉਹਨੇ ਫਸਟ ਕਲਾਸ 'ਚ ਬਹਿਣਾ ਸੀ ਉਹਦੇ ਵਿੱਚ ਟ੍ਰੇਨ ਦੇ। ਉਹ ਫਸਟ ਕਲਾਸ ਵਾਲੇ ਡੱਬੇ ਫਿਲ ਹੋ ਗਏ, ਜੰਗ ਚੱਲਣ ਡਈ ਸੀ ਨਾ, ਤੇ ਉਹ ਭਗਦੜ ਮੱਚੀ ਸੀ। ਉਹਨੂੰ ਫਿਰ ਆਮ ਪਬਲਿਕ ਦੇ ਵਿੱਚ, ਜਿੱਥੇ ਹਰ ਤਰ੍ਹਾਂ ਦੇ ਲੋਕ, ਮੇਰੇ ਤਰ੍ਹਾਂ ਦੇ ਆਮ ਲੋਕ ਜਿਹੜੇ ਸਨ ਨਾ, ਥਰਡ ਕਲਾਸ ਕਿਸਮ ਦੇ ਲੋਕ ਮੈਂ ਕਹਾਂਗਾ ਕਿਉਂਕਿ ਮੈਂ ਵੀ ਵਿੱਚ ਸ਼ਾਮਲ ਹਾਂ, ਤੇ ਉਹਨਾਂ ਦੇ ਵਿੱਚ ਉਹਨੂੰ ਬਹਿਣਾ ਪੈ ਗਿਆ ਨਾ ਟ੍ਰੇਨ ਦੇ ਵਿੱਚ ਸਫ਼ਰ ਕਰਦਿਆਂ। ਉੱਥੇ ਗੱਲ ਛਿੜੀ ਸੀ ਕਿ ਟ੍ਰੇਨ ਦੇ ਵਿੱਚ ਕਿ ਪਾਕਿਸਤਾਨ ਜੰਗ ਜਿੱਤੇਗਾ ਕਿ ਭਾਰਤ। ਕੋਈ ਕਹਿ ਰਿਹਾ ਕਿ ਭਾਰਤ ਦੇ ਕੋਲ ਫੌਜ ਜ਼ਿਆਦਾ, ਕੋਈ ਕਹੇ ਕਿਸ ਤਰ੍ਹਾਂ, ਸਾਰੇ ਕਹਿਣ ਕਿ ਨਹੀਂ ਪਾਕਿਸਤਾਨ ਫੈਂਟੀ ਲਗਾਏਗਾ, ਭਾਰਤੀ ਫੌਜ ਨੂੰ ਭਜਾ ਦੇਵਾਂਗੇ, ਇਹ ਕਰਾਂਗੇ ਉਹ ਕਰਾਂਗੇ। ਉਹ ਹੁਣ ਚੁੱਪ ਕਰਕੇ ਬੈਠੇ ਰਹੇ। ਭਾਈ ਹੋਰੀ ਜਿਹੜੇ ਸਨ ਨਾ ਬਿਜ਼ਨਸਮੈਨ, 3 ਪੀਸ ਵਗੈਰਾ, ਵੈਲ ਡਰੈਸ, ਸ਼ੇਵ ਵਗੈਰਾ ਸੋਹਣੀ ਉਹਨਾਂ ਨੇ ਮਾਹੌਲ ਸ਼ੌਲ ਬਣਾਇਆ। ਇੱਕ ਬਾਬੇ ਨੇ ਕਿਹਾ, ਉਹਨਾਂ ਨੇ ਕਿਹਾ ਬਾਬੂ ਪੜ੍ਹਿਆ ਲਿਖਿਆ ਲੱਗਦਾ, ਇਸ ਬਾਬੂ ਨੂੰ ਪੁੱਛ ਲੈਂਦੇ ਹਾਂ। ਜਦੋਂ ਉਸ ਬਾਬੂ ਨੂੰ ਪੁੱਛਿਆ ਗਿਆ ਨਾ ਕਿ ਬਾਬੂ ਤੂੰ ਦੱਸ ਕਿ ਇਹ ਜਿਹੜੀ ਜੰਗ ਇੰਡੀਆ ਜਿੱਤੇਗਾ ਕਿ ਪਾਕਿਸਤਾਨ, ਉਹਨੇ ਹੁਣ ਬੜੇ ਅੱਛੇ ਤਰੀਕੇ ਨਾਲ ਐਕਸਪਲੇਨ ਕੀਤੀ। ਉਹਨੇ ਕਿਹਾ ਜੀ ਕਿ ਇੰਡੀਆ ਦੇ ਕੋਲ ਵਸਾਇਲ ਜ਼ਿਆਦਾ ਨੇ, ਉਸ ਤੋਂ ਬਾਅਦ ਇੰਡੀਆ ਦੀ ਫੌਜ ਜ਼ਿਆਦਾ ਹੈ, ਇੰਡੀਆ ਦੀ ਆਵਾਮ ਜਿਹੜੀ ਆਪਣੀ ਫੌਜ ਨੂੰ ਸਪੋਰਟ ਬਹੁਤ ਕਰਦੀ ਹੈ। ਤੇ ਐਵੇਂ ਕਰਕੇ ਉਹਨਾਂ ਨੇ 5-7 ਰੀਜ਼ਨ ਉਹਨਾਂ ਪੇਸ਼ ਕਰ ਦਿੱਤੀਆਂ। ਤੇ ਫਿਰ ਉਹਨਾਂ ਨੇ ਕਿਹਾ ਕਿ ਬਹੁਤ ਮੁਸ਼ਕਿਲ ਹੈ ਕਿ ਪਾਕਿਸਤਾਨ ਇਹ ਜੰਗ ਜਿੱਤੇ।
ਇਹਦੇ ਵਿੱਚ ਪਾਕਿਸਤਾਨ ਨੂੰ ਜਿਹੜੀ ਇਹ ਸ਼ਿਕਸਤ ਹੋਏਗੀ ਤੇ ਪਾਕਿਸਤਾਨੀ ਜਿਹੜੀ ਇਹ ਫੌਜ ਜਾਂ ਕੌਮ ਹੈ ਨਾ ਉਹ ਸ਼ਿਕਸਤ ਜਾਏਗੀ, ਇੰਡੀਆ ਦੇ ਕੋਲੋਂ ਜਿੱਤ ਨਹੀਂ ਸਕਦੀ। ਬਸ ਉਹਦੇ ਗੱਲ ਕਰਨ ਦੀ ਦੇਰ ਸੀ, ਕਿਉਂਕਿ ਉਹਨੇ ਹਕੀਕਤ ਦੱਸ ਦਿੱਤੀ ਨਾ, ਤੇ ਉਹਨੂੰ ਇਹਨਾਂ ਨੇ ਫੜ ਕੇ ਨਾ ਤੇ ਚੰਗੀ ਫੈਂਟੀ ਲਗਾ ਦਿੱਤੀ ਟ੍ਰੇਨ ਦੇ ਵਿੱਚ ਹੀ। ਜਦੋਂ ਉਹਨੂੰ ਫੈਂਟੀ ਲੱਗੀ ਨਾ ਤੇ ਫੈਂਟੀ ਖਾਣ ਤੋਂ ਬਾਅਦ ਤੇ ਬੰਦਿਆਂ ਛੋਟੇ ਛਟਾ ਕਰਾ ਦਿੱਤਾ, ਤੇ ਉਹ ਜਾ ਕੇ ਵਿਚਾਰਾ ਫਿਰ ਨੁਕਰੇ ਲਾ ਕੇ ਬਹਿ ਗਿਆ ਜੁੱਤਾ ਖਾ ਕੇ ਨਾ, ਤੇ ਫਿਰ ਉਹ ਛਿੱਤਰ ਪੌਲਾ ਉਹਦੇ ਨਾਲ ਜਿਹੜਾ ਹੋਇਆ ਉਹਨੇ ਖਾਧਾ ਨਾ, ਉਹ ਫਿਰ ਉਵੇਂ ਦਾ ਉਵੇਂ ਹੀ, ਤੇ ਬਿਜ਼ਨਸਮੈਨ ਵਾਲਾ ਜ਼ੇਨ ਤੇ ਉਹ ਬਹਿ ਗਿਆ ਫਿਰ। ਤੇ ਉਹਦੇ ਤੇ ਕਿਸੇ ਬੰਦੇ ਸਵਾਲ ਕੀਤਾ ਕਿ ਜਨਾਬ ਤੁਸੀਂ ਇਹ ਸਾਰੀ ਗੇਮ ਜਿਹੜੀ ਤੁਹਾਡੇ ਨਾਲ ਹੋਈ ਹੈ ਚੋ ਤੁਸੀਂ ਕੀ ਐਨਾਲਿਸਿਸ ਕੀਤਾ ਹੈ, ਕੀ ਤੁਸੀਂ ਨਤੀਜਾ ਅਖਜ਼ ਕੀਤਾ ਹੈ? ਉਹਨੇ ਕਿਹਾ ਜੀ ਮੈਂ ਨਤੀਜਾ ਅਖਜ਼ ਇਹ ਕੀਤਾ ਹੈ ਕਿ ਫਸਟ ਕਲਾਸ ਦੀ ਜਿਹੜੀ ਗੱਲ ਹੁੰਦੀ ਹੈ ਨਾ ਉਹ ਥਰਡ ਕਲਾਸ ਜਾਂ ਸੈਕੰਡ ਕਲਾਸ ਜਗ੍ਹਾ 'ਤੇ ਸੋਹਣੀ ਨਹੀਂ ਲੱਗਦੀ। ਮੇਰੇ ਭਾਈ ਇਮਰਾਨ ਖਾਨ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਫਸਟ ਕਲਾਸ ਦੀ ਗੱਲ ਫਸਟ ਕਲਾਸ ਨਾਲ ਉਸ ਤਰੀਕੇ, ਸੈਕੰਡ ਕਲਾਸ ਦੀ ਸੈਕੰਡ ਕਲਾਸ ਨਾਲ, ਥਰਡ ਕਲਾਸ ਦੀ ਥਰਡ ਕਲਾਸ ਨਾਲ। ਤੇ ਮੇਰਾ ਕਿਸੇ ਸਿਆਸੀ ਪਾਰਟੀ ਨਾਲ ਤਾਂ ਤਲਕ ਕੋਈ ਨਹੀਂ, ਲੇਕਿਨ ਮੈਂ ਚੂੰਕਿ ਵਿੱਚ ਰਹਿੰਦਾ ਵਾਂ, ਮੈਂ ਵਹਿੰਦਾ ਰਹਿੰਦਾ ਵਾਂ ਇਹ ਚੀਜ਼ਾਂ ਜਿਹੜੀਆਂ ਨਾ ਕਿ ਕਿਹੜਾ ਬੰਦਾ ਕੀ ਪਿਆ ਕਰਦਾ, ਕਿਹੜਾ ਬੰਦਾ ਕੀ ਪਿਆ ਕਰਦਾ। ਇਹ ਇਮਰਾਨ ਖਾਨ ਸਾਹਿਬ ਦੀ ਚੂੰਕਿ ਅੱਜ ਕੱਲ੍ਹ ਮਕਬੂਲੀਅਤ ਬਹੁਤ ਜ਼ਿਆਦਾ ਸੀ, ਇਸ ਵਾਸਤੇ ਮੈਂ ਥੋੜ੍ਹਾ ਜਿਹਾ ਨਾ ਇਹਨਾਂ ਨੂੰ ਚੈੱਕ ਕੀਤਾ, ਇਹਨਾਂ ਦੀ ਮੈਂ ਨਾ ਸੋਸ਼ਲ ਮੀਡੀਆ ਤੋਂ ਚੀਜ਼ਾਂ ਵੇਖੀਆਂ, ਹੋਰ ਚੀਜ਼ਾਂ ਸਟੱਡੀ ਕੀਤੀਆਂ, ਤੇ ਪਤਾ ਲੱਗਿਆ ਕਿ ਇਸ ਇਨਸਾਨ ਦੀ ਮਕਬੂਲੀਅਤ ਜ਼ਿਆਦਾ ਕਿਉਂ ਹੋਈ ਹੈ। ਤੇ ਪਾਕਿਸਤਾਨੀ ਕੌਮ ਜਿਹੜੀ ਹੈ ਇਹ ਹੁਣ ਅਲਹਮਦੁਲਿਲਾ ਸਾਡੀ ਕੌਮ ਹੁਣ ਬਾਸ਼ਊਰ ਹੈ। ਇਸ ਕੌਮ ਨੂੰ ਪਤਾ ਹੈ ਕਿ ਕਿਹੜਾ ਸਾਡੀ ਫੇਵਰ 'ਚ ਔਰ ਕਿਹੜਾ ਸਾਡਾ ਨੁਕਸਾਨ ਕਰਨਾ ਚਾਹੁੰਦਾ। ਤੇ ਅੱਲਾਹ ਤਾਲਾ ਸਾਨੂੰ ਸਿਰਾਤੇ ਮੁਸਤਕੀਮ 'ਤੇ ਚਲਾਵੇ, ਤੇ ਅੱਲਾਹ ਤਾਲਾ ਸਾਨੂੰ ਚੰਗੇ ਲੋਕਾਂ ਦੀ ਸਪੋਰਟ ਕਰਨ ਦੀ ਤੌਫੀਕ ਦੇਵੇ, ਤੇ ਬੁਰੇ ਲੋਕਾਂ ਦੇ ਨਾਲ ਉਹਨਾਂ ਦੇ ਰਵੱਈਏ ਦੇ ਤਰੀਕੇ ਨਾਲ ਗੱਲ ਕਰਨ ਦੀ ਅੱਲਾਹ ਤਾਲਾ ਇਜਾਜ਼ਤ ਸਾਨੂੰ ਤੌਫੀਕ ਦੇਵੇ। ਅੱਲਾਹ ਤਾਲਾ ਸਾਨੂੰ ਹਿੰਮਤ ਦੇਵੇ। ਤੁਹਾਡਾ ਭਾਈ ਅਸਗਰ ਵਰਿਆ।